ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨਾਲ ਪਹਿਲੀ ਵਾਰ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੇ ਮੌਕ ਟੈਸਟ। ਅੱਜ ਸਾਡਾ 10ਵਾਂ ਟੈਸਟ ਹੈ, ਜਿਸ ਵਿੱਚ ਪੰਜਾਬੀ ਦੀ ਨਾਵਲਕਾਰਾਂ ਨਾਲ ਸੰਬੰਧਿਤ 65 ਪ੍ਰਸ਼ਨ ਹੋਣਗੇ। ਜਿਵੇਂ ਕਿ ਪਿਛਲੇ ਟੈਸਟਾਂ ਵਿੱਚ ਆਪਾਂ ਕਰਦੇ ਹਾਂ, ਅੱਜ ਤੁਸੀਂ ਸਾਰਿਆਂ ਨੇ ਆਪਣੇ ਪ੍ਰਸ਼ਨਾਂ ਦੇ ਜੋ ਵੀ ਤੁਹਾਨੂੰ ਉੱਤਰ ਸਹੀ ਲੱਗੇ ਆਪਣੀ ਨੋਟਬੁੱਕ 'ਤੇ ਨੋਟ ਕਰ ਲਿਓ ਅਤੇ ਕੱਲ੍ਹ ਨੂੰ ਤੁਹਾਨੂੰ ਉੱਤਰ ਇਹਨਾਂ ਦੇ ਮਿਲ ਜਾਣਗੇ। ਫਿਰ ਤੁਸੀਂ ਮੈਚ ਕਰਕੇ ਆਪਣੇ ਨੰਬਰ ਸ਼ੇਅਰ ਜ਼ਰੂਰ ਕਰ ਦਿਓ। ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਨਾਨਕ ਸਿੰਘ ਦਾ ਜਨਮ ਕਦੋਂ ਹੋਇਆ? 1897 ਈਸਵੀ ਨੂੰ, 1898 ਈਸਵੀ ਨੂੰ, 1899 ਈਸਵੀ ਨੂੰ, 1901 ਈਸਵੀ ਨੂੰ। ਸਾਡਾ ਅਗਲਾ ਪ੍ਰਸ਼ਨ ਹੈ, ਕਿਸ ਨੇ ਪੰਜਾਬੀ ਨਾਵਲ ਨੂੰ ਧਾਰਮਿਕ ਘੇਰੇ ਵਿੱਚੋਂ ਕੱਢ ਕੇ ਜਨ ਜੀਵਨ ਦੇ ਨੇੜੇ ਲੈ ਆਂਦਾ? ਜਸਵੰਤ ਸਿੰਘ ਕੰਵਲ ਨੇ, ਨਾਨਕ ਸਿੰਘ ਨੇ, ਅੰਮ੍ਰਿਤਾ ਪ੍ਰੀਤਮ ਨੇ, ਨਿਰੰਜਨ ਤਸਨੀਮ ਨੇ। ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਨੇ ਆਪਣੇ ਨਾਟਕਾਂ ਨੂੰ ਸੁਆਦਲਾ ਬਣਾਉਣ ਲਈ ਕਿਹੜੇ ਅੰਸ਼ ਸ਼ਾਮਲ ਕੀਤੇ? ਪਿਆਰ ਦੇ ਅੰਸ਼, ਰੋਮਾਂਸ ਦੇ ਅੰਸ਼, ਦੁਖਾਂਤਕ ਅੰਸ਼ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਨੇ ਲਗਭਗ ਕਿੰਨੇ ਨਾਵਲ ਲਿਖੇ? 1 ਦਰਜਨ, 1.5 ਦਰਜਨ, 2.5 ਦਰਜਨ, 3 ਦਰਜਨ। ਅਗਲਾ ਪ੍ਰਸ਼ਨ ਹੈ, ਮਤਰੇਈ ਮਾਂ, ਚਿੱਟਾ ਲਹੂ, ਕਾਗਜ਼ਾਂ ਦੀ ਬੇੜੀ, ਅੱਧ ਖਿੜਿਆ ਫੁੱਲ, ਇੱਕ ਮਿਆਨ ਦੋ ਤਲਵਾਰਾਂ ਨਾਵਲ ਕਿਸ ਦੀ ਰਚਨਾ ਹੈ? ਅੰਮ੍ਰਿਤਾ ਪ੍ਰੀਤਮ ਦੀ, ਜਸਵੰਤ ਸਿੰਘ ਕੰਵਲ ਦੀ, ਗੁਰਦਿਆਲ ਸਿੰਘ ਦੀ, ਨਾਨਕ ਸਿੰਘ ਦੀ। ਅਗਲਾ ਪ੍ਰਸ਼ਨ ਹੈ, ਗੁਰਦਿਆਲ ਸਿੰਘ ਪੰਜਾਬੀ ਦੀ ਕਿੰਨਵੀਂ ਪੀੜ੍ਹੀ ਦਾ ਨਾਵਲਕਾਰ ਹੈ? ਪਹਿਲੀ ਪੀੜ੍ਹੀ ਦਾ, ਦੂਜੀ ਪੀੜ੍ਹੀ ਦਾ, ਤੀਜੀ ਪੀੜ੍ਹੀ ਦਾ, ਚੌਥੀ ਪੀੜ੍ਹੀ ਦਾ। ਅੱਗੇ ਹੈ, ਗੁਰਦਿਆਲ ਸਿੰਘ ਮੁੱਖ ਤੌਰ 'ਤੇ ਕਿੱਥੋਂ ਦੇ ਜੀਵਨ ਦਾ ਨਾਵਲਕਾਰ ਹੈ? ਮਾਲਵੇ ਦੇ ਜੀਵਨ ਦਾ, ਮਾਝੇ ਦੇ ਜੀਵਨ ਦਾ, ਦੁਆਬੇ ਦੇ ਜੀਵਨ ਦਾ ਜਾਂ ਮਲਵਈ ਦੇ ਜੀਵਨ ਦਾ? ਅਗਲਾ ਪ੍ਰਸ਼ਨ, ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਨੂੰ ਕਿੰਨੇ ਨਾਵਲ ਦਿੱਤੇ? 5, 6, 7, 8, 8, 9 ਜਾਂ 10, 11? ਅਗਲਾ ਪ੍ਰਸ਼ਨ, ਮੜੀ ਦਾ ਦੀਵਾ, ਅੰਨ ਹੋਏ, ਕੋਇਲਾ, ਅੰਨੇ ਘੋੜੇ ਦਾ ਦਾਨ ਨਾਵਲ ਦਾ ਲੇਖਕ ਕੌਣ ਹੈ? ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ। ਅਗਲਾ ਪ੍ਰਸ਼ਨ, ਗੁਰਦਿਆਲ ਸਿੰਘ ਨੇ ਆਪਣੇ ਨਾਵਲਾਂ ਅੱਧ ਚਾਨਣੀ ਰਾਤ ਅਤੇ ਅੰਨੇ ਘੋੜੇ ਦਾ ਦਾਨ ਵਿੱਚ ਮਾਲਵੇ ਦੀਆਂ ਕਿਹੜੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ? ਕਿਸਾਨੀ ਜੀਵਨ ਦੀਆਂ ਪੇਚੀਦੀਆਂ ਸਮੱਸਿਆਵਾਂ ਨੂੰ, ਔਰਤ ਕਾਰਨ ਪੈਦਾ ਹੋਣ ਵਾਲੀਆਂ ਗੁੰਝਲਾਂ ਨੂੰ, ਪਰਿਵਾਰਿਕ ਕਲੇਸ਼ਾਂ ਦੀ ਸਮੱਸਿਆ ਨੂੰ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਸਮਾਜਿਕ ਆਦਰਸ਼ ਨੂੰ ਪੇਸ਼ ਕਰਨ ਲਈ ਕਿਹੜੇ ਨਾਵਲਕਾਰ ਨੂੰ ਨਾਨਕ ਸਿੰਘ ਦਾ ਉੱਤਰਾਧਿਕਾਰੀ ਆਖਿਆ ਜਾਂਦਾ ਹੈ? ਜਸਵੰਤ ਸਿੰਘ ਕੰਵਲ ਨੂੰ, ਨਾਨਕ ਸਿੰਘ ਨੂੰ, ਗੁਰਦਿਆਲ ਸਿੰਘ ਨੂੰ,
ਅਮਰਤਾ ਪ੍ਰੀਤਮ ਨੂੰ। ਅੱਗੇ ਹੈ ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਨਾਵਲ ਕਿਸ ਦੀ ਰਚਨਾ ਹੈ? ਨਰਿੰਦਰਪਾਲ ਸਿੰਘ ਦੀ, ਜਸਵੰਤ ਸਿੰਘ ਕੰਵਲ ਦੀ, ਨਿਰੰਜਨ ਤਸਨੀਮ ਦੀ, ਗੁਰਦਿਆਲ ਸਿੰਘ ਦੀ। ਅੱਗੇ ਜਸਵੰਤ ਸਿੰਘ ਕੰਵਲ ਦੀ ਸਭ ਤੋਂ ਵੱਡੀ ਦੇਣ ਹੈ ਨਾਵਲਾਂ ਰਾਹੀਂ ਪੰਜਾਬ ਦੇ ਪੇਂਡੂ ਜੀਵਨ ਨੂੰ ਪੇਸ਼ ਕਰਨਾ, ਪੰਜਾਬ ਦੇ ਸ਼ਹਿਰੀ ਜੀਵਨ ਨੂੰ ਪੇਸ਼ ਕਰਨਾ, ਕਬੀਲਾਈ ਸਮਾਜ ਦੇ ਜੀਵਨ ਨੂੰ ਪੇਸ਼ ਕਰਨਾ ਜਾਂ ਆਮ ਲੋਕਾਂ ਦੇ ਜੀਵਨ ਨੂੰ ਪੇਸ਼ ਕਰਨਾ। ਅਗਲਾ ਪ੍ਰਸ਼ਨ, ਜਸਵੰਤ ਸਿੰਘ ਕੰਵਲ ਦੇ ਨਾਵਲਾਂ ਵਿੱਚ ਕਿਹੜੀ ਰੁਚੀ ਪ੍ਰਧਾਨ ਹੈ? ਆਸ਼ਾਵਾਦੀ, ਅਗਾਂਹਵਧੂ, ਸੁਧਾਰਵਾਦੀ, ਮਾਨਵਤਾਵਾਦੀ। ਕਿਹੜੇ ਨਾਵਲ ਲਈ ਜਸਵੰਤ ਸਿੰਘ ਕੰਵਲ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਰੂਪਧਾਰਾ ਲਈ, ਰਾਤ ਬਾਕੀ ਲਈ, ਸੱਚ ਨੂੰ ਫਾਂਸੀ ਲਈ, ਤੁਸ਼ਾਲੀ ਦੀ ਹੰਸੋ ਲਈ। ਨਾਲ ਇਹ ਵੀ ਦੱਸ ਦਿਓ ਕਿ ਮਿਲਿਆ ਕਦੋਂ ਸੀ ਇਹ ਅਵਾਰਡ। ਅਮਰਤਾ ਪ੍ਰੀਤਮ ਦਾ ਜਨਮ ਕਦੋਂ ਤੇ ਕਿਸ ਦੇ ਘਰ ਹੋਇਆ? 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ, 1920 ਨੂੰ ਗਿਆਨੀ ਗੁਰਦਿੱਤ ਸਿੰਘ ਦੇ ਘਰ, 1921 ਨੂੰ ਗਿਆਨੀ ਦਿੱਤ ਸਿੰਘ ਦੇ ਘਰ, 1922 ਨੂੰ ਲਾਲ ਸਿੰਘ ਕਮਲਾ ਅਕਾਲੀ ਦੇ ਘਰ। ਅੱਗੇ ਹੈ ਡਾਕਟਰ ਦੇਵ ਪਿੰਜਰ ਆਲ੍ਹਣਾ ਨਾਵਲ ਕਿਸ ਦੀ ਰਚਨਾ ਹੈ? ਨਾਨਕ ਸਿੰਘ ਦੀ, ਅਮਰਤਾ ਪ੍ਰੀਤਮ ਦੀ, ਨਿਰੰਜਨ ਤਸਨੀਮ ਦੀ, ਗੁਰਦਿਆਲ ਸਿੰਘ ਦੀ। ਕਿਹੜੇ ਨਾਵਲਕਾਰ ਨੇ ਆਪਣੇ ਨਾਵਲਾਂ ਵਿੱਚ ਨਾਰੀ ਸੰਵੇਦਨਾ ਨੂੰ ਵਿਸ਼ਾ ਬਣਾਇਆ? ਚਰਨ ਸਿੰਘ ਸ਼ਹੀਦ ਨੇ, ਪ੍ਰੋਫੈਸਰ I.C. ਨੰਦਾ ਨੇ, ਅਮਰਤਾ ਪ੍ਰੀਤਮ ਨੇ, ਨਾਨਕ ਸਿੰਘ ਨੇ। ਅਗਲਾ ਪ੍ਰਸ਼ਨ ਹੈ, ਅਮਰਤਾ ਪ੍ਰੀਤਮ ਨੂੰ ਆਪਣੀ ਸਾਹਿਤ ਰਚਨਾ ਸਦਕਾ ਕਿਹੜਾ ਮਾਣ ਸਨਮਾਨ ਪ੍ਰਾਪਤ ਹੋਇਆ? ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਗਿਆਨਪੀਠ ਅਵਾਰਡ, ਡੀ.ਲਿਟ ਦੀਆਂ ਆਨਰੇਰੀ ਡਿਗਰੀਆਂ ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਅਮਰਤਾ ਪ੍ਰੀਤਮ ਦੀ ਮੌਤ ਕਦੋਂ ਹੋਈ? 31 ਅਕਤੂਬਰ 2005 ਨੂੰ, 31 ਅਕਤੂਬਰ 2006 ਨੂੰ, 31 ਅਕਤੂਬਰ 2007 ਨੂੰ, 31 ਅਕਤੂਬਰ 2008 ਨੂੰ। ਅਗਲਾ ਪ੍ਰਸ਼ਨ ਹੈ, ਨਿਰੰਜਨ ਤਸਨੀਮ ਦਾ ਜਨਮ ਕਦੋਂ ਹੋਇਆ? 1929 ਈਸਵੀ ਨੂੰ, 1930 ਈਸਵੀ ਨੂੰ, 1931 ਈਸਵੀ ਨੂੰ, 1932 ਈਸਵੀ ਨੂੰ। ਨਿਰੰਜਨ ਤਸਨੀਮ ਨੇ ਕੁੱਲ ਕਿੰਨੇ ਨਾਵਲ ਲਿਖੇ? 11, 12, 13 ਜਾਂ 14? ਅਗਲਾ ਪ੍ਰਸ਼ਨ ਹੈ, ਗੁਆਚੇ ਅਰਥ, ਇੱਕ ਹੋਰ ਨਵਾਂ ਸਾਲ, ਰੇਤ ਛਲ ਨਾਵਲ ਕਿਸ ਦੀ ਰਚਨਾ ਹੈ?
ਜਸਵੰਤ ਸਿੰਘ ਕੰਵਲ ਦੀ, ਨਾਨਕ ਸਿੰਘ ਦੀ, ਨਿਰੰਜਨ ਤਸਨੀਮ ਦੀ ਜਾਂ ਗੁਰਦਿਆਲ ਸਿੰਘ ਦੀ। ਅਗਲਾ ਪ੍ਰਸ਼ਨ ਹੈ, ਨਿਰੰਜਨ ਤਸਨੀਮ ਨੂੰ ਲਿਖੇ ਨਾਵਲ ਗੁਆਚੇ ਅਰਥ ਲਈ ਕਿਹੜੇ ਸਾਲ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? 1996 ਈਸਵੀ, 1997 ਈਸਵੀ, 1998 ਈਸਵੀ, 1999 ਈਸਵੀ। ਨਿਰੰਜਨ ਤਸਨੀਮ ਨੂੰ ਪੰਜਾਬੀ ਸਾਹਿਤ ਰਤਨ ਅਵਾਰਡ ਕਦੋਂ ਮਿਲਿਆ? ਮਈ 2013 ਨੂੰ, ਮਈ 2014 ਨੂੰ, ਮਈ 2015 ਨੂੰ, ਮਈ 2016 ਨੂੰ। ਅਗਲਾ ਪ੍ਰਸ਼ਨ ਹੈ, ਈਸਾਈ ਮਿਸ਼ਨਰੀਆਂ ਦੇ ਨਾਵਲ ਦੀ ਮੁੱਖ ਪ੍ਰਕਿਰਤੀ ਹੈ ਅੰਗਰੇਜ਼ੀ ਸਾਮਰਾਜ ਨੂੰ ਨਿਆਂਸ਼ੀਲ ਬਣਾਉਣਾ, ਭਾਰਤੀਆਂ ਵਿੱਚ ਜਾਤ ਪਾਤ, ਹਿੰਦੁਸਤਾਨੀਆਂ ਦਾ ਆਜ਼ਾਦੀ ਲਈ ਸੰਘਰਸ਼ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਪੰਜਾਬੀ ਦਾ ਪਹਿਲਾ ਨਾਵਲ ਕਿਹੜਾ ਹੈ? ਰੇਲ ਗੱਡੀ ਦਾ ਸਫ਼ਰ, ਸੁੰਦਰੀ, ਜੋਤੀਆ ਉਦੈ, ਮਸੀਹੀ ਮੁਸਾਫਿਰ ਦੀ ਯਾਤਰਾ। ਅੱਗੇ ਹੈ, ਭਾਈ ਵੀਰ ਸਿੰਘ ਦੇ ਨਾਵਲਾਂ ਦੇ ਮੁੱਖ ਲੱਛਣਾਂ ਵਿੱਚ ਸ਼ਾਮਲ ਹਨ ਕਹਾਣੀ ਦਾ ਮੁੱਦਾ ਰੋਮਾਂਟਿਕ, ਅਸੰਭਵ ਘਟਨਾਵਾਂ ਦਾ ਵਾਪਰਨਾ, ਮੌਕਾ ਮੇਲ ਅਤੇ ਬਨਾਵਟੀ ਬਦਲੀਆਂ ਜਾਂ ਇਹ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਦਾ ਉਦੇਸ਼ ਹੈ ਸਮੇਂ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਦਾ ਵਰਣਨ, ਸਿੱਖਾਂ ਨੂੰ ਆਪਣੇ ਧਰਮ ਵਿੱਚ ਪੱਕਾ ਕਰਨਾ, ਮੁਸਲਮਾਨਾਂ ਦੀਆਂ ਦੂਜੀਆਂ ਕੌਮਾਂ 'ਤੇ ਵਧੀਕੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਬਾਬਾ ਨੌਧ ਸਿੰਘ ਨਾਵਲ ਕਿਸ ਆਸ਼ੇ ਨੂੰ ਮੁੱਖ ਰੱਖ ਕੇ ਲਿਖਿਆ ਨਾਵਲ ਹੈ? ਹੋਰ ਸੱਭਿਆਚਾਰਾਂ ਦੇ ਔਗਣ, ਸਮਾਜ ਸੁਧਾਰ, ਸਿੱਖੀ ਦੀ ਵਡਿਆਈ, ਮੁਗਲਾਂ ਦੀਆਂ ਜ਼ਿਆਦਤੀਆਂ। ਅਗਲਾ ਪ੍ਰਸ਼ਨ ਹੈ, ਪ੍ਰਿੰਸੀਪਲ ਸੇਖੋਂ ਦੇ ਨਾਵਲ ਲਹੂ ਮਿੱਟੀ ਦਾ ਸੰਬੰਧ ਕਿਹੜੇ ਜੀਵਨ ਨਾਲ ਹੈ? ਰਲੇ ਮਿਲੇ ਪੇਂਡੂ ਤੇ ਸ਼ਹਿਰੀ ਜੀਵਨ ਨਾਲ, ਪੇਂਡੂ ਯਥਾਰਥਵਾਦੀ ਜੀਵਨ ਨਾਲ, ਸ਼ਹਿਰੀ ਯਥਾਰਥਵਾਦੀ ਜੀਵਨ ਨਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੁਸੀਂ ਕੁਐਸਚਨ ਵੀ ਧਿਆਨ ਨਾਲ ਪੜ੍ਹਿਆ ਕਰੋ, ਜਿਵੇਂ ਹੁਣ ਇਹਦੇ ਵਿੱਚ ਹੀ ਬਣ ਗਿਆ ਸੰਤ ਸਿੰਘ ਸੇਖੋਂ ਦਾ ਨਾਵਲ ਆ ਲਹੂ ਮਿੱਟੀ, ਉਸ ਤੋਂ ਬਾਅਦ ਉਹਦਾ ਵਿਸ਼ਾ ਪੁੱਛਿਆ, 2 ਪ੍ਰਸ਼ਨ ਬਣ ਜਾਂਦੇ ਇੱਥੇ ਵੀ। ਅਗਲਾ ਪ੍ਰਸ਼ਨ ਹੈ, ਔਰਤ ਮਰਦ ਦੇ ਸੰਬੰਧਾਂ ਨੂੰ ਕਿਹੜੇ ਨਾਵਲਕਾਰ ਨੇ ਵਧੇਰੇ ਵਿਸ਼ਾ ਬਣਾਇਆ? ਡਾਕਟਰ ਸੁਰਜੀਤ ਸਿੰਘ ਸੇਠੀ, ਪ੍ਰੋਫੈਸਰ ਨਿਰੰਜਨ ਤਸਨੀਮ, ਸੁਖਬੀਰ ਤੇ ਅਜੀਤ ਕੌਰ ਜਾਂ ਇਹ ਸਾਰੇ ਹੀ। ਅੰਮ੍ਰਿਤਾ ਪ੍ਰੀਤਮ ਨੇ ਇਹਨਾਂ ਵਿੱਚੋਂ ਕਿਹੜਾ ਨਾਵਲ ਪੰਜਾਬੀ ਸਾਹਿਤ ਨੂੰ ਦਿੱਤਾ? ਦਿਲ ਦੀਆਂ ਗਲੀਆਂ ਅਤੇ ਇੱਕ ਸੀ ਅਨੀਤਾ, ਮੈਂ ਜਮਾਂ ਤੂੰ ਅਤੇ ਮਨ ਪਰਦੇਸੀ, ਜਾਤਰੀ, ਜੇਬ ਕਤਰੇ ਅਤੇ ਪਿੰਜਰ, ਪੱਕੀ ਹਵੇਲੀ, ਅੱਕ ਦਾ ਬੂਟਾ ਤੇ 49 ਦਿਨ, ਅੱਗ ਦੀ ਲਕੀਰ, 13ਵਾਂ ਸੂਰਜ ਤੇ ਬਾਕੀ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਦਲੀਪ ਕੌਰ ਟਿਵਾਣਾ ਦਾ ਕਿਹੜਾ ਨਾਵਲ ਹੈ ਪੌਣਾ ਦੀ ਜਿੰਦ ਮੇਰੀ ਅਤੇ ਖੜਾ ਪੁਕਾਰਾ ਪਾਤਨੀ,
ਮੋਹ ਮਾਇਆ ਅਤੇ ਜਨਮ ਜੂਏ ਹਾਰਿਆ, ਕਥਾ ਕਹੋ ਉਰਵਸ਼ੀ ਤੇ ਕਥਾ ਤੁਰਦੀ ਰਹੀ। ਉਹ ਤਾਂ ਪਰੀ ਸੀ ਅਤੇ ਭਉਜਲ, ਤੀਲੀ ਦਾ ਨਿਸ਼ਾਨ ਤੇ ਇਹ ਸਾਰੇ ਹੀ। ਪ੍ਰੋਫੈਸਰ ਨਰਿੰਜਨ ਤਸਨੀਮ ਦਾ ਕਿਹੜਾ ਨਾਵਲ ਹੈ ਜਿਸ ਵਿੱਚ ਉਸ ਨੇ ਆਨਸਟਾਈਨ ਦੇ ਸੰਖੇਪਤਾ ਦੇ ਸਿਧਾਂਤ ਨੂੰ ਆਧਾਰ ਬਣਾਇਆ ਹੈ? ਤਰੇੜਾਂ ਤੇ ਰੂਪ, ਜੁਗਾਂ ਤੋਂ ਪਾਰ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ। ਅਗਲਾ ਪ੍ਰਸ਼ਨ ਹੈ, ਆਪਣੇ ਮੁੱਢਲੇ ਪੜਾਅ ਦੇ ਨਾਵਲ ਵਿੱਚ ਨਾਨਕ ਸਿੰਘ ਦੀ ਸੁਰ ਕਿਹੋ ਜਿਹੀ ਰਹੀ ਹੈ? ਪ੍ਰਗਤੀਵਾਦੀ, ਯਥਾਰਥਵਾਦੀ, ਜੁਝਾਰਵਾਦੀ, ਆਦਰਸ਼ਵਾਦੀ। ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਦੇ ਕਿਹੜੇ ਨਾਵਲ ਨੂੰ ਉਸ ਦਾ ਮਾਸਟਰ ਸੀਨ ਆਖਿਆ ਜਾਂਦਾ ਹੈ? ਪਵਿੱਤਰ ਪਾਪੀ, ਮਿੱਠਾ ਮੋਹਰਾ, ਚਿੱਟਾ ਲਹੂ, ਪੁਜਾਰੀ। ਅੱਗੇ ਪ੍ਰਸ਼ਨ ਹੈ, ਚਿੱਟਾ ਲਹੂ ਨਾਵਲ ਵਿੱਚ ਨਾਨਕ ਸਿੰਘ ਦਾ ਸਰੂਪ ਕਿਹੜੇ ਪਾਤਰ ਵਿੱਚੋਂ ਪਛਾਣਿਆ ਜਾ ਸਕਦਾ ਹੈ? ਆਪਸ਼ਨ ਊੜਾ ਬਚਨ ਸਿੰਘ, ਆਪਸ਼ਨ ਐੜਾ ਗਿਆਨੀ ਦਸੌਂਧਾ ਸਿੰਘ, ਬਾਬਾ ਰੋਡੂ ਜਾਂ ਸੁੰਦਰੀ। ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਦੀ ਇਹਨਾਂ ਵਿੱਚੋਂ ਪ੍ਰਮੁੱਖ ਕੀ ਦੇਣ ਹੈ? ਪੇਂਡੂ ਜੀਵਨ ਦੇ ਨਾਵਲ, ਸੁਖਾਂਤਕ ਨਾਵਲ, ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ, ਮਿਥਿਹਾਸਿਕ ਪੱਖੋਂ ਪੰਜਾਬੀ ਨਾਵਲ ਵਿੱਚ ਵਾਧਾ ਕਰਨਾ। ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਦੇ ਕਿਹੜੇ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ? ਨਸੂਰ, ਆਸਤਕ ਨਾਸਤਕ, ਇੱਕ ਮਿਆਨ ਦੋ ਤਲਵਾਰਾਂ, ਬੰਜਰ। ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਦਾ ਉਹ ਕਿਹੜਾ ਨਾਵਲ ਹੈ ਜਿਸ ਦੇ ਆਧਾਰ ਤੇ ਇੱਕ ਫਿਲਮ ਬਣਾਈ? ਚਿੱਟਾ ਲਹੂ, ਪਵਿੱਤਰ ਪਾਪੀ, ਅੱਗ ਦੀ ਖੇਡ, ਪੁਜਾਰੀ। ਪ੍ਰੋਫੈਸਰ ਸੁਰਿੰਦਰ ਸਿੰਘ ਨਰੋਲਾ ਨੂੰ ਪੰਜਾਬੀ ਨਾਵਲ ਦੇ ਖੇਤਰ ਵਿੱਚ ਕੀ ਮਾਣ ਪ੍ਰਾਪਤ ਹੈ? ਪਹਿਲਾ, ਯਥਾਰਥਵਾਦੀ ਨਾਵਲਕਾਰ, ਕਥਾਨਕ ਸਿਰਜਣਾ ਵਿੱਚ ਪ੍ਰਵੀਨ, ਪਾਤਰ ਚਿੱਤਰਨ ਵਿੱਚ ਦਲੇਰ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਹੈ, ਨਾਵਲਕਾਰ ਨਰੋਲਾ ਦਾ ਆਖਰੀ ਨਾਵਲ ਕਿਹੜਾ ਹੈ? ਰਾਤਾਂ ਹੋਈਆਂ ਵੱਡੀਆਂ, ਰਾਹੇ ਕੁਰਾਹੇ, ਸਿਲ ਅਲੂਣੀ, ਰੰਗ ਮਹਿਲ। ਅਗਲਾ ਪ੍ਰਸ਼ਨ ਹੈ, ਪ੍ਰੋਫੈਸਰ ਨਰੋਲਾ ਦੇ ਨਾਵਲ ਕਿਹੋ ਜਿਹੇ ਹਨ? ਪ੍ਰੀਤ ਕੇਂਦਰਿਤ, ਰੋਮਾਂਸ ਕੇਂਦਰਿਤ, ਯਥਾਰਥ ਕੇਂਦਰਿਤ, ਪੜ੍ਹ ਯਥਾਰਥ ਕੇਂਦਰਿਤ। ਅਗਲਾ ਪ੍ਰਸ਼ਨ ਹੈ, ਜਸਵੰਤ ਸਿੰਘ ਕੰਵਲ ਦੇ ਕਿਹੜੇ ਨਾਵਲ ਮਾਰਕਸੀ ਤੇ ਸਮਾਜਵਾਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਲਿਖੇ ਗਏ ਹਨ? ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪਧਾਰਾ ਜਾਂ ਇਹ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਕਿਹੜੇ
ਆਪਣੇ ਕਿਹੜੇ ਨਾਵਲ ਵਿੱਚ ਕਵਲ ਇਸ਼ਕ ਦੇ ਸਮਾਜਿਕ ਸੰਦਰਭਾਂ ਨੂੰ ਪੇਸ਼ ਕਰਦਾ ਹੈ? ਸੱਚ ਨੂੰ ਫਾਂਸੀ, ਰੂਪਧਾਰਾ, ਹਾਣੀ ਤੇ ਪੂਰਨਮਾਸ਼ੀ ਜਾਂ ਇਹ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਕਵਲ ਨੇ ਆਪਣੇ ਕਿਹੜੇ ਨਾਵਲ ਵਿੱਚ ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਜਨਜੀਵਨ ਨੂੰ ਕੈਨਵਸ 'ਤੇ ਉਤਾਰਿਆ? ਮਿੱਤਰ ਪਿਆਰੇ ਨੂੰ, ਬਰਫ਼ ਦੀ ਅੱਗ, ਤਵਾਰੀਖ ਵੇਖਦੀ ਹੈ, ਮਨੁੱਖਤਾ? ਅਗਲਾ ਪ੍ਰਸ਼ਨ ਹੈ, ਨਕਸਲਵਾਦੀ ਲਹਿਰ ਨਾਲ ਜੁੜੇ ਲੋਕਾਂ ਦੇ ਸੰਘਰਸ਼ ਨੂੰ ਕਵਲ ਨੇ ਕਿਹੜੇ ਨਾਵਲ ਵਿੱਚ ਚਿਤਰਿਆ? ਜੇਰਾ, ਲਹੂ ਦੀ ਲੋਅ, ਭਵਾਨੀ, ਮੂਮਲ? ਅਗਲਾ ਪ੍ਰਸ਼ਨ ਹੈ, ਪੰਜਾਬ ਦੇ ਸੰਤਾਪ ਨੂੰ ਲੈ ਕੇ ਕਵਲ ਨੇ ਕਿਹੜਾ ਨਾਵਲ ਲਿਖਿਆ? ਐਨਿਆਂ ਚੋਂ ਉੱਠੋ ਸੂਰਮਾ, ਦੁਸ਼ਮਨ, ਖੂਬਸੂਰਤ ਦੁਸ਼ਮਨ, ਜੇਰਾ, ਇੱਕ ਹੋਰ ਹੈਲਨ? ਅਗਲਾ ਪ੍ਰਸ਼ਨ ਹੈ, ਜਸਵੰਤ ਸਿੰਘ ਕੰਵਲ ਦੇ ਕਿਹੜੇ ਨਾਵਲ ਨੂੰ ਸਾਹਿਤ ਅਕਾਦਮੀ ਦਿੱਲੀ ਦਾ ਇਨਾਮ ਪ੍ਰਾਪਤ ਹੋਇਆ? ਸੱਚ ਨੂੰ ਫਾਂਸੀ, ਤੁਸ਼ਾਲੀ ਦੀ ਹੰਸੋ, ਹਾਣੀ, ਮਨੁੱਖਤਾ? ਅੱਗੇ ਹੈ, ਜਸਵੰਤ ਸਿੰਘ ਕੰਵਲ ਦੇ ਮਗਰਲੇ ਨਾਵਲ ਦੇ ਪਾਤਰ ਵਧੇਰੇ ਕਿਹੋ ਜਿਹੇ ਹੁੰਦੇ ਹਨ? ਰੋਮਾਂਟਿਕ, ਯਥਾਰਥਵਾਦੀ, ਆਦਰਸ਼ਵਾਦੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅੱਗੇ ਹੈ, ਨਰਿੰਦਰ ਪਾਲ ਸਿੰਘ ਨੂੰ ਪੰਜਾਬੀ ਨਾਵਲ ਵਿੱਚ ਕਿਹੜੀ ਪ੍ਰਵਿਰਤੀ ਅਧੀਨ ਨਾਵਲ ਲਿਖਣ ਕਰਕੇ ਪ੍ਰਸਿੱਧੀ ਪ੍ਰਾਪਤ ਹੋਈ? ਨਾਰੀਵਾਦੀ, ਸੁਧਾਰਵਾਦੀ, ਇਤਿਹਾਸਿਕ, ਮਿਥਿਹਾਸਿਕ? ਅਗਲਾ ਪ੍ਰਸ਼ਨ ਹੈ, ਨਰਿੰਦਰ ਪਾਲ ਸਿੰਘ ਦੇ ਕਿਹੜੇ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ? ਟਾਪੂ, ਬਾ ਮੁਲਾਹਜ਼ਾ ਹੁਸ਼ਿਆਰ, ਸ਼ਕਤੀ, ਇੱਕ ਸਰਕਾਰ ਬਾਝੋਂ? ਅਗਲਾ ਪ੍ਰਸ਼ਨ ਹੈ, ਇਸਤਰੀ ਜਗਤ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਰਿੰਦਰ ਪਾਲ ਸਿੰਘ ਨੇ ਕਿਹੜੇ ਨਾਵਲ ਲਿਖੇ? ਸ਼ਕਤੀ, ਤ੍ਰਿਆ ਜਾਲ ਜਾਂ ਊੜਾ ਐੜਾ ਦੋਨੋਂ ਹੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਅਗਲਾ ਪ੍ਰਸ਼ਨ ਹੈ, ਆਪਣੇ ਨਾਵਲ ਟਾਪੂ ਨੂੰ ਨਰਿੰਦਰ ਪਾਲ ਸਿੰਘ ਕਿਹੜੀ ਕਿਸਮ ਦਾ ਨਾਵਲ ਕਹਿੰਦਾ ਹੈ? ਨਾਵਲਿਟ, ਪਾਤਰ ਪ੍ਰਧਾਨ ਨਾਵਲ, ਅਨਾਵਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਗੁਰਦਿਆਲ ਸਿੰਘ ਕਿਹੜੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਨਾਵਲਕਾਰ ਹੈ? ਫਰਾਇਡਵਾਦੀ, ਮਾਰਕਸਵਾਦੀ, ਡਾਰਵਾਈਨਵਾਦੀ, ਮਾਨਵਵਾਦੀ? ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਨਾਵਲ ਗੁਰਦਿਆਲ ਸਿੰਘ ਦਾ ਲਿਖਿਆ ਹੋਇਆ ਨਹੀਂ ਹੈ? ਅੱਧ ਚਾਨਣੀ ਰਾਤ, ਰੇਤ, ਪੌ ਫਟਾਲੇ ਤੋਂ ਪਹਿਲਾਂ, ਪਰਸਾ? ਅਗਲਾ ਪ੍ਰਸ਼ਨ ਹੈ, ਗੁਰਦਿਆਲ ਸਿੰਘ ਦੇ ਕਿਹੜੇ ਨਾਵਲ ਉੱਪਰ ਟੈਲੀਫਿਲਮ ਬਣੀ? ਕੋਵੇਲਾ, ਮੜੀ ਦਾ ਦੀਵਾ, ਪਰਸਾ, ਅਣਹੋਏ? ਨਾਵਲਕਾਰ ਗੁਰਦਿਆਲ ਸਿੰਘ ਦੇ ਕਿਹੜੇ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ? ਮੜੀ ਦਾ ਦੀਵਾ, ਪਰਸਾ, ਅੱਧ ਚਾਨਣੀ ਰਾਤ, ਅੰਨ੍ਹੇ ਘੋੜੇ ਦਾ ਦਾਨ? ਜਿੰਨੇ ਵੀ ਸਾਹਿਤ ਅਕਾਦਮੀ ਪੁਰਸਕਾਰ ਵਾਲੇ ਕੁਐਸਚਨ ਆਏ ਨਾ, ਨਾਲ ਇਹ ਵੀ ਦੱਸ ਦਿਓ ਕਿ ਉਹਨਾਂ ਨੂੰ ਮਿਲੇ ਕਦੋਂ ਸੀ।
ਅਗਲਾ ਪ੍ਰਸ਼ਨ ਹੈ, ਭਾਸ਼ਾ ਵਿਭਾਗ ਪੰਜਾਬ ਵੱਲੋਂ 4 ਵਾਰ ਗੁਰਦਿਆਲ ਸਿੰਘ ਨੂੰ ਕਿਹੜਾ ਪੁਰਸਕਾਰ ਦਿੱਤਾ ਗਿਆ? ਪ੍ਰਥਮ ਗਲਪ ਪੁਰਸਕਾਰ, ਨਾਨਕ ਸਿੰਘ ਪੁਰਸਕਾਰ, ਸਾਹਿਤ ਸ਼੍ਰੋਮਣੀ ਇਨਾਮ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਕੁਵੇਲਾ ਨਾਵਲ ਵਿੱਚ ਗੁਰਦਿਆਲ ਸਿੰਘ ਨੇ ਕਿਸ ਦੀ ਸੰਕਟਮਈ ਹਾਲਤ ਬਿਆਨ ਕੀਤੀ? ਇਸਤਰੀਆਂ ਦੀ, ਨਿਮਨ ਕਿਸਾਨਾਂ ਦੀ, ਦਫ਼ਤਰੀ ਬਾਬੂਆਂ ਦੀ, ਅਧਿਆਪਕਾਂ ਦੀ। ਉਸ ਤੋਂ ਅਗਲਾ ਪ੍ਰਸ਼ਨ ਹੈ, ਰਾਮ ਸਰੂਪ ਅਣਖੀ ਕਿਹੜੇ ਨਾਵਲਕਾਰਾਂ ਦੀ ਧਾਰਾ ਦਾ ਨਾਵਲਕਾਰ ਹੈ? ਨਾਨਕ ਸਿੰਘ, ਪ੍ਰੋਫੈਸਰ ਨਰੂਲਾ, ਗੁਰਦਿਆਲ ਸਿੰਘ ਤੇ ਸੀਤਲ, ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਰਾਮ ਸਰੂਪ ਅਣਖੀ ਦਾ ਨਾਵਲ ਨਹੀਂ? ਕੋਠੇ ਖੜਕ ਸਿੰਘ, ਅਣਸੀਤੇ ਜ਼ਖਮ, ਢਿੱਡ ਦੀ ਆਂਦਰ ਤੇ ਪ੍ਰਤਾਪੀ, ਦੁੱਲੇ ਦੀ ਢਾਬ ਤੇ ਜ਼ਮੀਨਾਂ ਵਾਲੇ। ਅਗਲਾ ਪ੍ਰਸ਼ਨ ਹੈ, ਪੰਜਾਬ ਸਮੱਸਿਆ ਨੂੰ ਲੈ ਕੇ ਅਣਖੀ ਨੇ ਕਿਹੜਾ ਨਾਵਲ ਲਿਖਿਆ? ਸੁਲਗਦੀ ਰਾਤ, ਕੱਖ ਕਾਨਿਆਂ ਦਾ ਪੁੱਲ, ਜਿਨ ਸਿਰ ਸੋਹਣ ਪੱਟੀਆਂ, ਕੋਠੇ ਖੜਕ ਸਿੰਘ। ਅੱਗੇ ਲਾਸਟ ਪ੍ਰਸ਼ਨ ਹੈ, ਅਣਖੀ ਨੂੰ ਆਪਣੇ ਨਾਵਲ ਲਈ 1979 ਵਿੱਚ ਭਾਸ਼ਾ ਵਿਭਾਗ ਨੇ ਇਨਾਮ ਮਿਲਿਆ ਸੀ, ਕਿਹੜੇ ਨਾਵਲ ਲਈ? ਸੁਲਗਦੀ ਰਾਤ, ਕੋਠੇ ਖੜਕ ਸਿੰਘ, ਜ਼ਖਮੀ ਅਤੀਤ, ਕੱਖ ਕਾਨਿਆਂ ਦਾ ਪੁੱਲ। ਇਹ ਸੀ ਸਾਡੇ ਅੱਜ ਨਾਵਲ ਨਾਲ ਸੰਬੰਧਿਤ ਪ੍ਰਸ਼ਨ, ਤੇ ਕੱਲ੍ਹ ਨੂੰ ਤੁਹਾਨੂੰ ਇਹਦੇ ਉੱਤਰ ਮਿਲ ਜਾਣਗੇ। ਸਾਰੇ ਜਣੇ ਆਪਣੇ ਆਪਣੇ ਉੱਤਰ ਆਪਣੀ ਨੋਟ ਕਾਪੀ 'ਤੇ ਨੋਟ ਕਰਕੇ ਰੱਖ ਲਿਓ। ਤੇ ਆਪਣਾ ਅਗਲਾ ਜਿਹੜਾ ਮੌਕ ਟੈਸਟ 11ਵਾਂ ਹੋਊਗਾ ਉਹ ਸਵੈ ਜੀਵਨੀ ਦੇ ਭਾਗ ਨਾਲ ਸੰਬੰਧਿਤ ਹੋਊਗਾ। ਤੇ ਇਸ ਤੋਂ ਇਲਾਵਾ ਜੇ ਕੋਈ ਟੈਸਟ ਪਿਛਲੇ ਰਹਿ ਗਿਆ ਹੋਵੇ ਤਾਂ ਦੱਸ ਦਿਓ। ਸੱਭਿਆਚਾਰ, ਸਾਹਿਤ ਤੇ ਵਿਆਕਰਨ ਨੂੰ ਛੱਡ ਕੇ ਇਸ ਤੋਂ ਬਿਨਾਂ ਹੋਰ ਕੋਈ ਰਹਿ ਗਿਆ ਤਾਂ ਜ਼ਰੂਰ ਦੱਸ ਦਿਓ ਕਮੈਂਟ ਕਰਕੇ। ਥੈਂਕ ਯੂ।